तेग बहादुर सिमरिए कर नाम नित आवे ताए। तेग बहादुर सिमरिए कर नाम नित आवे ताए। सतनाम ਧੰਨ ਵਾਹਿਗੁਰੂ ਜੀ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੈ। ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੈ। ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ। ਗੁਰ ਕਰ ਸ਼ਬਦ ਸੰਪੂਰਨ, ਅਗਨ ਕਟਹਿ ਸਭ ਤੇਰੇ। ਗੁਰ ਨੈਣ ਬੈਨ ਗੁਰ ਗੁਰ ਕਰਹੁ, ਗੁਰੂ ਸਤ ਕਵ ਨਲ ਕਹੈ। ਜਿਨ ਗੁਰੂ ਨਾ ਦੇਖਿਓ ਨਹਿ ਕੀਓ, ਤੇ ਅਕਿਆਥ ਸੰਸਾਰ ਮੈਂ ਹੈ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁਖ ਜਾਏ। ਤੇਗ ਬਹਾਦਰ ਸਿਮਰਿਐ, ਕਰ ਨਾਮ ਨਿਦ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਮ ਨਿਦ ਆਵੈ ਤਾਏ। ਸਭ ਥਾਈ ਹੋਏ ਸਹਾਏ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਤਖਤ ਚੌਰ ਛਤਰ ਦੇ ਮਾਲਕ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਅਤੇ ਦੇਸ਼ ਵਿਦੇਸ਼ ਦੇ ਅੰਦਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 400 ਸਾਲਾ ਆਗਮਨ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਹੋ ਕਰਕੇ ਰੋਜ਼ਾਨਾ ਹੀ ਸਤਿਗੁਰੂ ਮਹਾਰਾਜ ਜੀ ਦੀ ਜੀਵਨ ਕਥਾ ਨੂੰ ਆਪ ਜੀ ਸਰਵਣ ਕਰ ਰਹੇ ਹੋ। ਸੱਚੇ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਕਿਰਪਾ ਕਰਨ। ਲੜੀ ਦੀ ਪ੍ਰਾਰੰਭਤਾ ਤੋਂ ਪਹਿਲਾਂ ਆਓ ਗੁਰੂ ਚਰਨਾਂ ਵਿੱਚ ਹਾਜ਼ਰੀ ਲਵਾਈਏ। ਅਦਬ ਪਿਆਰ ਸਤਿਕਾਰ ਸਹਿਤ ਸਤਿਗੁਰੂ ਮਹਾਰਾਜ ਜੀ ਦੀ ਬਖਸ਼ਿਸ਼ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਛਲੇ ਦੀਵਾਨ ਦੇ ਵਿੱਚ ਸਰਵਣ ਆਪ ਜੀ ਨੇ ਕੀਤਾ ਕਿ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਮਦਰ ਦੇਸ਼ ਹਮਕੋ ਲੈ ਆਏ। ਮਹਾਰਾਜ ਜੀ ਨੇ ਪਟਨੇ ਦੀ ਧਰਤੀ ਨੂੰ ਛੱਡਣਾ ਕੀਤਾ। ਗੁਰੂ ਗੋਬਿੰਦ ਸਿੰਘ ਮਹਾਰਾਜ ਪਾਤਸ਼ਾਹ ਜੀ ਨੇ ਰਸਤੇ ਵਿੱਚ ਪੜਾਅ ਕਰਦਿਆਂ ਦਾਨਾਪੁਰ, ਲਖਨਊ, ਅੰਬਾਲਾ ਇਤਿਆਦਿਕ ਸ਼ਹਿਰਾਂ ਤੋਂ ਲੰਘਦਿਆਂ ਸੱਚੇ ਪਾਤਸ਼ਾਹ ਮਹਾਰਾਜ ਲਖਨੌਰ ਤੋਂ ਹੁੰਦਿਆਂ ਸਤਿਗੁਰੂ ਮਹਾਰਾਜ ਰੋਪੜ ਦੀ ਧਰਤੀ 'ਤੇ ਪਹੁੰਚੇ। ਰੋਪੜ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਸਨ 1673 ਨੂੰ ਆਉਂਦੇ ਨੇ। ਸੱਚੇ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਜਦੋਂ ਪਹੁੰਚਦੇ ਨੇ ਤੇ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪੀਰ ਭੀਖਨ ਸ਼ਾਹ ਜਿਹੜਾ ਡਸਕੇ ਦਾ ਰਹਿਣ ਵਾਲਾ ਸੀ ਉਹ ਵੀ ਦਰਸ਼ਨਾਂ ਨੂੰ ਆਇਆ। ਆਪ ਸੰਗਤ ਇਤਿਹਾਸ ਨੂੰ ਜਾਣਦੇ ਹੋ ਕਿ ਜਿਸ ਦਿਨ ਸਤਿਗੁਰੂ ਮਹਾਰਾਜ ਜੀ ਦਾ ਪ੍ਰਕਾਸ਼ ਹੋਇਆ ਸੀ 1666 ਈਸਵੀ ਨੂੰ, ਉਸ ਦਿਨ ਇਸੇ ਹੀ ਡਸਕੇ ਦੇ ਪੀਰ ਭੀਖਨ ਸ਼ਾਹ ਨੇ ਜਿਸ ਪਾਸੇ ਪਟਨਾ ਸੀ ਉਸ ਪਾਸੇ ਨੂੰ
ਸਿਜਦਾ ਕੀਤਾ। ਨਾਲ ਦੇ ਜਿਹੜੇ ਇਹਦੇ ਚੇਲੇ ਸਨ ਉਹਨਾਂ ਨੇ ਪੁੱਛਿਆ ਸੀ, ਕਹਿਣ ਲੱਗੇ ਅੱਜ ਖੁਦਾ ਦੇ ਘਰ ਵੱਲ ਮੱਕੇ ਵੱਲ ਨੂੰ ਸਿਜਦਾ ਤੁਸੀਂ ਕਿਉਂ ਨਹੀਂ ਕੀਤਾ, ਪੱਛਮ ਵੱਲ ਨੂੰ ਆਪ ਕਿਉਂ ਨਹੀਂ ਝੁਕੇ। ਤੇ ਇਸ ਭੀਖਨ ਸ਼ਾਹ ਫਕੀਰ ਨੇ ਆਖਿਆ ਸੀ, ਕਹਿਣ ਲੱਗੇ ਅੱਜ ਖੁਦਾ ਜਿਹੜਾ ਹੈ ਸਰੀਰ ਧਾਰਨ ਕਰਕੇ ਇਸ ਦਿਸ਼ਾ ਵਾਲੇ ਪੂਰਬ ਵਾਲੇ ਪਾਸੇ ਉਹਨੇ ਪ੍ਰਗਟ ਹੋਇਆ ਹੈ। ਇਹ ਭੀਖਨ ਸ਼ਾਹ ਨੇ ਫਿਰ ਡਸਕੇ ਦੀ ਧਰਤੀ ਤੋਂ ਜਿਹੜਾ ਸੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਪਟਨਾ ਸਾਹਿਬ ਪਹੁੰਚਿਆ। ਜਿਸ ਦਿਨ ਇਹਨੇ ਦਰਸ਼ਨ ਕਰਨੇ ਸੀ ਸਤਿਗੁਰੂ ਮਹਾਰਾਜ ਜੀ ਦੇ, ਤੇ ਪਰਿਵਾਰ ਜਿਹੜਾ ਸੀ ਬਾਬਾ ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਦੇ ਪਰਿਵਾਰ ਨੇ ਜਿਹੜਾ ਦਰਸ਼ਨ ਕਰਨ ਤੋਂ ਥੋੜ੍ਹਾ ਮਨਾਹੀ ਕੀਤੀ, ਗੁਰੇਜ਼ ਕਰਨਾ ਕੀਤਾ। ਤੇ ਉਸ ਵੇਲੇ ਇਸ ਫਕੀਰ ਨੇ ਕਿਹਾ ਸੀ ਕਿ ਮੈਂ ਬੜੀ ਦੂਰ ਤੋਂ ਆਇਆ, ਮੈਂ ਦਰਸ਼ਨ ਜ਼ਰੂਰ ਕਰਨੇ ਨੇ। ਕਿਰਪਾਲ ਚੰਦ ਮਾਮਾ ਜੀ ਨੂੰ ਜਿਸ ਵੇਲੇ ਬੇਨਤੀ ਕੀਤੀ ਕਿ ਮੈਂ ਬਿਨਾਂ ਦਰਸ਼ਨਾਂ ਤੋਂ ਜਾਣਾ ਕਿਧਰੇ ਨਹੀਂ, ਫਿਰ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਬਾਲ ਅਵਸਥਾ ਦੇ ਵਿੱਚ ਦਰਸ਼ਨ ਕੀਤੇ ਤੇ ਭੀਖਨ ਸ਼ਾਹ ਨੇ 2 ਕੁੱਜੀਆਂ ਜਿਹੜੀਆਂ ਸਨ, ਇੱਕ ਦੇ ਵਿੱਚ ਪਾਣੀ ਤੇ ਇੱਕ ਦੇ ਵਿੱਚ ਦੁੱਧ, ਉਹ ਅੱਗੇ ਰੱਖੀਆਂ ਤੇ ਸਤਿਗੁਰੂ ਮਹਾਰਾਜ ਬਾਲ ਉਮਰੇ ਉਹਨਾਂ ਦੋਨਾਂ ਕੁੱਜੀਆਂ ਨੂੰ ਜਿਹੜੇ ਸਨ ਉਹ ਪੈਰ ਮਾਰਿਆ ਤੇ ਦੋਨਾਂ ਦਾ ਜਲ ਜਿਹੜਾ ਸੀ ਦੁੱਧ ਸੀ ਉਹ ਡੋਲ ਦਿੱਤਾ। ਕਈ ਵਿਦਵਾਨ ਕਹਿੰਦੇ ਨੇ ਦੋਨਾਂ ਕੁੱਜੀਆਂ ਦੇ ਉੱਤੇ ਮਹਾਰਾਜ ਨੇ ਹੱਥ ਰੱਖ ਦਿੱਤੇ ਤੇ ਜਿਹੜੇ ਨਾਲ ਦੇ ਸਾਥੀ ਇੰਦੇ ਗਏ ਸੀ ਉਹਨਾਂ ਨੇ ਪੁੱਛਿਆ ਕਿ ਸਾਈਂ ਜੀ ਕੀ ਉੱਤਰ ਮਿਲਿਆ, ਕਿਉਂਕਿ ਤੁਸੀਂ ਇਹ ਕੁੱਜੀਆਂ ਨਹੀਂ ਸੀ, ਇਹ ਪ੍ਰਸ਼ਨ ਲੈ ਕਰਕੇ ਆਏ ਸੀ। ਤੇ ਪ੍ਰਸ਼ਨ ਦਾ ਉੱਤਰ ਕੀ ਪ੍ਰਾਪਤ ਹੋਇਆ, ਕਹਿਣ ਲੱਗੇ ਮੈਂ ਇੱਕ ਕੁੱਜੀ ਦੇ ਵਿੱਚ ਦੁੱਧ ਤੇ ਇੱਕ ਦੇ ਵਿੱਚ ਪਾਣੀ ਇਸ ਕਰਕੇ ਲੈ ਕੇ ਗਿਆ ਕਿ ਇਹ ਜਿਹੜਾ ਅਵਤਾਰ ਧਾਰਨ ਹੋਇਆ, ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਗਟ ਹੋਏ ਨੇ, ਇਹ ਹਿੰਦੂਆਂ ਦੇ ਵਾਲੇ ਪਾਸੇ ਗੱਲ ਜ਼ਿਆਦਾ ਕਰਨਗੇ ਜਾਂ ਮੁਸਲਮਾਨਾਂ ਦੀ ਬਾਂਹ ਫੜਨਗੇ। ਤੇ ਮੈਂ ਸੋਚਦਾ ਸੀ ਕਿ ਇੱਕ ਕੁੱਜੀ ਵੱਲੇ ਹੱਥ ਰੱਖਣਗੇ ਤੇ ਮੈਨੂੰ ਉਹਦਾ ਉੱਤਰ ਮਿਲ ਜਾਏਗਾ ਕਿ ਕਿਹਨਾਂ ਦੇ ਹਾਮੀਦਾਰ ਹੋਣਗੇ, ਪਰ ਇਹਨਾਂ ਨੇ ਦੋਨਾਂ ਕੁੱਜੀਆਂ ਦਾ ਜਲ ਡੋਲ ਕਰਕੇ ਇਵੇਂ ਸਾਨੂੰ ਜਵਾਬ ਦੇ ਦਿੱਤਾ, ਇਹ ਤਾਂ ਨਾ ਤੇ ਹਿੰਦੂ ਨਾ ਮੁਸਲਮਾਨ, ਇਹ ਤਾਂ ਇੰਨੇ ਪਵਿੱਤਰ ਆਤਮਾ ਹੈ ਕਿ ਇਹ ਸਾਰਿਆਂ ਦੇ ਆਪਣੇ ਬਣ ਕੇ ਆਏ ਨੇ, ਇਹ ਤੇ ਸਾਰਿਆਂ ਨੂੰ ਆਪਣਾ ਬਣਾਉਣ ਵਾਸਤੇ ਆਏ ਨੇ। ਕਈ ਵਿਦਵਾਨ ਕਹਿੰਦੇ ਨੇ ਜਿਵੇਂ ਜਲ ਦੋਨੇ ਰੋੜ ਦਿੱਤੇ, ਦੁੱਧ ਵੀ ਰੁੜਿਆ ਕੁੱਜੀ ਦੇ ਅੰਦਰੋਂ, ਪਾਣੀ ਵੀ ਰੁੜਿਆ ਤੇ ਉਹ ਜਿਵੇਂ ਧਰਤੀ ਤੇ ਡੁੱਲਦਿਆਂ ਇੱਕ ਦੂਸਰੇ ਵਿੱਚ ਮਿਲ ਗਿਆ। ਸੱਚੇ ਪਾਤਸ਼ਾਹ ਮਹਾਰਾਜ ਨੇ ਇਵੇਂ ਹੀ ਇੱਕ ਤੀਸਰਾ ਪੰਥ ਸਿਰਜ ਦਿੱਤਾ ਜਿਹਨੂੰ ਅਸੀਂ ਖਾਲਸਾ ਪੰਥ ਆਖਦੇ ਹਾਂ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਬਾਲ ਅਵਸਥਾ ਦੇ ਵਿੱਚ ਦਰਸ਼ਨ ਕੀਤੇ ਸੀ ਭੀਖਨ ਸ਼ਾਹ ਨੇ, ਤੇ ਅੱਜ ਲੰਮੇ ਸਮੇਂ ਤੋਂ ਬਾਅਦ ਸਨ 1673 ਆ ਗਈ ਤੇ ਸਤਿਗੁਰੂ ਮਹਾਰਾਜ ਜੀ ਦੇ ਜਦੋਂ ਰੋਪੜ ਮਹਾਰਾਜ ਪਹੁੰਚਦੇ ਆ ਤੇ ਭੀਖਨ ਸ਼ਾਹ ਜਿਹੜਾ ਸੀ ਇਹ ਦਰਸ਼ਨ ਕਰਨ ਵਾਸਤੇ ਆਇਆ। ਇੱਕ ਫਕੀਰ ਹੈ ਜਿੰਦਾ ਨਾਂ ਸੀ ਆਰਫ ਖਾਨ, ਉਹ ਵੀ ਜਦੋਂ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕੀਤੇ ਤੇ ਉਹਦੇ ਬਚਨ ਸੀ ਆਪਣੇ ਚੇਲਿਆਂ ਦੇ ਵਾਸਤੇ, ਕਹਿਣ ਲੱਗੇ ਇਹ ਜਿਹੜੇ ਪ੍ਰਗਟ ਹੋਏ ਬਾਲ ਰੂਪ ਅਸੀਂ ਗੋਬਿੰਦ ਰਾਏ ਜੀ ਨੂੰ ਤੱਕਦੇ ਹਾਂ, ਇਹਨਾਂ ਦੇ ਕੋਲ ਅੱਜ ਰੱਬੀ ਇਲਮ ਦੇ ਖਜ਼ਾਨੇ ਦੀ ਚਾਬੀ ਹੈ। ਰੱਬੀ ਇਲਮ ਜਿਹੜਾ ਹੈ, ਰੱਬੀ ਖਜ਼ਾਨਾ ਜਿਹੜਾ ਹੈ, ਉਹਦੀ ਚਾਬੀ ਜੇਕਰ ਅੱਜ ਕਿਸੇ ਕੋਲ ਇਸ ਧਰਤੀ ਦੇ ਉੱਤੇ ਹੈ ਤੇ ਉਹ ਕੇਵਲ ਗੋਬਿੰਦ ਰਾਏ ਜੀ ਦੇ ਕੋਲ ਹੈ। ਮੂਸਾ ਰੋਪੜੀ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ। ਇਹ ਮੂਸਾ ਰੋਪੜੀ ਉਹੀ ਸੀ ਜਦੋਂ ਆਨੰਦਪੁਰ ਸਾਹਿਬ ਚੱਕ ਨਾਨਕੀ ਸਤਿਗੁਰੂ ਮਹਾਰਾਜ ਨੇ ਵਸਾਉਣਾ ਕੀਤਾ ਤੇ ਇਹਨੇ ਤਨਜ ਕੀਤੀ ਸੀ ਕਿ ਫਕੀਰ ਕੀ ਤੇ ਲਾਲਚ ਕੀ, ਫਕੀਰ ਕੀ ਤੇ ਮੋਹ ਕੀ। ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦੱਸਿਆ ਸੀ, ਕਹਿਣ ਲੱਗੇ ਕਿ ਤੁਸੀਂ ਸਾਡੇ ਕੋਲ ਕੁਝ ਸਮਾਂ ਰੁਕੋ, ਤੁਹਾਡੇ ਪ੍ਰਸ਼ਨਾਂ ਦਾ ਉੱਤਰ ਤੁਹਾਨੂੰ ਮਿਲ ਜਾਏਗਾ। ਇਹਨੂੰ ਫਿਰ ਇਹਦੀ ਤਸੱਲੀ ਹੋਈ ਤੇ ਇਹਨੇ ਸਿਰ ਝੁਕਾਇਆ ਮਹਾਰਾਜ ਜੀ ਦੇ ਚਰਨਾਂ ਵਿੱਚ। ਇਹ ਮੂਸਾ ਰੋਪੜੀ ਵੀ ਦਰਸ਼ਨ ਕਰਨ ਵਾਸਤੇ ਆਇਆ। ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨ ਕਰਨ ਵਾਸਤੇ ਮੌਲਾ ਸ਼ਾਹ ਆਇਆ ਫਕੀਰ, ਉਹਨੇ ਆ ਕੇ ਸਤਿਗੁਰੂ ਮਹਾਰਾਜ ਜੀ ਦੇ ਚਰਨ ਪਰਸੇ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਚਰਨਾਂ ਨੂੰ ਬੋਸਾ ਕੀਤਾ, ਮਹਾਰਾਜ ਜੀ ਦੇ ਚਰਨਾਂ ਨੂੰ ਚੁੰਮਣਾ ਕੀਤਾ। ਇਸ ਫਕੀਰ ਮੌਲਾ ਸ਼ਾਹ ਨੇ ਸਤਿਗੁਰੂ ਮਹਾਰਾਜ ਜੀ ਨੇ ਬਚਨ ਕਹੇ, ਕਹਿਣ ਲੱਗੇ ਮੌਲਾ ਸ਼ਾਹ ਜੀ ਸਾਡੀ ਜਿਹੜੀ ਸੁਰਤ ਹੈ ਇਹ ਸਾਈਂ ਦੇ ਨਾਮ ਦੇ ਵਿੱਚ ਜੇਕਰ ਸੀਤੀ ਜਾਵੇ, ਜੇ ਪਰੋਈ ਜਾਵੇ ਸਾਈਂ ਦੇ ਨਾਮ ਦੇ ਵਿੱਚ, ਸਮਝੋ ਕਿ ਇਹ ਭਰ ਗਈ ਹੈ। ਮਹਾਰਾਜ ਜੀ ਦੇ ਬਚਨ ਸੀ ਜੇ ਸੁਰਤ ਸਾਈਂ ਦੇ ਨਾਮ ਦੇ ਵਿੱਚ ਪਰੋਤੀ ਜਾਏ ਤੇ ਸੁਰਤ ਭਰ ਜਾਏਗੀ, ਜੇ ਨਾ ਪਰੋਤੀ ਜਾਏ ਤਾਂ ਸਤਿਗੁਰੂ ਮਹਾਰਾਜ ਕਹਿੰਦੇ ਨੇ ਇਹ ਖਾਲੀ ਰਹਿ ਜਾਂਦੀ ਹੈ। ਉਪਦੇਸ਼ ਦਿੱਤਾ ਕਿ ਸਾਡੇ ਸਵਾਸ ਜਿੰਨੇ ਆ
ਇਹ ਹਰ ਸਵਾਸ ਜਿਹੜਾ ਹੈ ਇਹਦੇ ਇਸ ਸੁਰਤੀ ਦੇ ਨਾਲ ਨਾਮ ਨੂੰ ਪਰੋ ਕਰਕੇ ਰੱਖਣਾ ਹੈ। ਤੇ ਮਹਾਰਾਜ ਜੀ ਇਸ ਤੋਂ ਫਿਰ ਅੱਗੇ ਚੱਲਦੇ ਨੇ ਰੋਪੜ ਤੋਂ ਕੀਰਤਪੁਰ ਸਾਹਿਬ ਦੀ ਧਰਤੀ ਤੇ ਜਿਸ ਵੇਲੇ ਮਹਾਰਾਜ ਪਹੁੰਚੇ, ਉਧਰੋਂ ਆਨੰਦਪੁਰ ਸਾਹਿਬ ਤੋਂ ਵੀ ਸੰਗਤ ਬਹੁਤ ਚੱਲ ਕੇ ਆਈ। ਉਹ ਵੀ ਸਤਿਗੁਰੂ ਮਹਾਰਾਜ ਜੀ ਦੇ ਸਵਾਗਤ ਦੇ ਵਾਸਤੇ ਪਹੁੰਚਦੀ ਆ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜਦੋਂ ਪਹੁੰਚਦੇ ਨੇ ਕੀਰਤਪੁਰ ਸਾਹਿਬ ਦੀ ਧਰਤੀ ਤੇ ਸਤਿਗੁਰੂ ਮਹਾਰਾਜ ਜੀ ਦੇ ਜਿਹੜੇ ਰਿਸ਼ਤੇ ਦੇ ਵਿੱਚ ਤਾਏ ਲੱਗਦੇ ਨੇ ਬਾਬਾ ਸੂਰਜਮਲ ਜੀ, ਤੇ ਉਹਨਾਂ ਦੀ ਔਲਾਦ ਜਿਹੜੀ ਹੈ ਉਹਨਾਂ ਨੇ ਸਤਿਗੁਰੂ ਮਹਾਰਾਜ ਜੀ ਨੂੰ ਜੀ ਆਇਆਂ ਕਿਹਾ, ਦਰਸ਼ਨ ਕੀਤੇ, ਬਹੁਤ ਵਧੀਆ ਸਵਾਗਤ ਕਰਨਾ ਕੀਤਾ। ਮੁਖੀ ਸਿੱਖ ਸਤਿਗੁਰੂ ਮਹਾਰਾਜ ਜੀ ਦੇ ਪਹੁੰਚੇ। ਉਹਨਾਂ ਨੇ ਫਿਰ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਕੀਰਤਪੁਰ ਸਾਹਿਬ ਦੀ ਧਰਤੀ ਤੋਂ ਆਨੰਦਪੁਰ ਸਾਹਿਬ ਲੈ ਕੇ ਜਾਣਾ ਕੀਤਾ। ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਜਦੋਂ ਆਨੰਦਪੁਰ ਸਾਹਿਬ ਪਹੁੰਚੇ, ਚੱਕ ਨਾਨਕੀ ਅਜੇ ਨਾਮ ਹੈ, ਤੇ ਮਹਾਰਾਜ ਜਦੋਂ ਜੂਹ ਦੇ ਵਿੱਚ ਪਹੁੰਚਦੇ ਆ, ਆਨੰਦਪੁਰ ਸਾਹਿਬ ਦੀ ਧਰਤੀ ਆਰੰਭਤਾ ਤੇ ਪਹੁੰਚੇ, ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਉਸ ਜੂਹ ਦੇ ਅੰਦਰ ਖੜੇ ਹੋ ਕੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਨੰਦ ਸਾਹਿਬ ਦਾ ਪਾਠ ਉਚਾਰਨ ਕੀਤਾ, ਪਾਠ ਸੁਣਾਉਣਾ ਕੀਤਾ, ਪਾਠ ਬੋਲਣਾ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਨੇ ਪਾਠ 5 ਪੌੜੀਆਂ ਵਿਦਵਾਨ ਕਹਿੰਦੇ ਨੇ ਆਨੰਦ ਸਾਹਿਬ ਪੜ੍ਹਿਆ, ਤੇ ਨਾਲ ਹੀ ਬਚਨ ਕਹੇ ਸੀ, ਕਹਿਣ ਲੱਗੇ ਕਿ ਅੱਜ ਤੋਂ ਇਸ ਨਗਰ ਦਾ ਨਾਮ, ਇਸ ਧਰਤੀ ਦਾ ਨਾਮ ਆਨੰਦਪੁਰ ਹੋਇਆ। ਮਾਰਚ 1673 ਦੇ ਵਿੱਚ ਸਤਿਗੁਰੂ ਮਹਾਰਾਜ ਜੀ ਪਹੁੰਚੇ ਨੇ ਆਨੰਦਪੁਰ ਸਾਹਿਬ। ਸੱਚੇ ਪਾਤਸ਼ਾਹ ਮਹਾਰਾਜ ਨੇ ਚੱਕ ਨਾਨਕੀ ਨੂੰ ਆਨੰਦਪੁਰ ਸਾਹਿਬ ਕਰ ਦਿੱਤਾ। ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਖੁਸ਼ੀ ਦੇ ਨਾਲ ਕਿ ਇਹ ਨਾਮ ਜਿਹੜਾ ਹੈ ਮੇਰੇ ਪੁੱਤਰ ਗੋਬਿੰਦ ਰਾਏ ਜੀ ਨੇ ਰੱਖਣਾ ਕੀਤਾ। ਸੱਚੇ ਪਾਤਸ਼ਾਹ ਮਹਾਰਾਜ ਨੇ ਪੱਕੇ ਤੌਰ ਤੇ ਚੱਕ ਨਾਨਕੀ ਦਾ ਨਾਮ ਬਦਲ ਕੇ ਆਨੰਦਪੁਰ ਸਾਹਿਬ ਰੱਖ ਦਿੱਤਾ। ਹੁਣ ਇਸ ਤੋਂ ਅੱਗੇ ਸਤਿਗੁਰੂ ਮਹਾਰਾਜ ਜਿਵੇਂ ਆਪ ਬਚਨ ਕਹੇ ਕਿ ਦੀਨੀ ਭਾਂਤ ਭਾਂਤ ਕੀ ਸ਼ਿक्षा, ਕਿ ਵਿਦਿਆ ਦਾ ਪ੍ਰਬੰਧ ਕਰਨਾ ਸੀ, ਕਿਉਂਕਿ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਚਾਹੁੰਦੇ ਸੀ ਕਿ ਵਿਦਿਆ ਦਾ ਪ੍ਰਬੰਧ ਕਰਕੇ ਤੇ ਸਾਹਿਬਜ਼ਾਦੇ ਦੀ ਵਿਦਿਆ ਦੇ ਪ੍ਰਬੰਧ ਤੋਂ ਬਾਅਦ ਆਨੰਦਪੁਰ ਸਾਹਿਬ ਦੀ ਜ਼ਿੰਮੇਵਾਰੀ ਵੀ ਸੌਂਪਦਿਆਂ ਹੋਇਆਂ ਸੱਚੇ ਪਾਤਸ਼ਾਹ ਮਹਾਰਾਜ ਮਾਲਵੇ ਦੇ ਦੌਰੇ ਤੇ ਬਾਂਗੜ ਦੇਸ਼ ਦੇ ਦੌਰੇ ਤੇ ਸਤਿਗੁਰੂ ਮਹਾਰਾਜ ਜਾਣਾ ਚਾਹੁੰਦੇ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਫਾਰਸੀ, ਗੁਰਮੁਖੀ ਇਤਿਆਦਿਕ ਭਾਸ਼ਾਵਾਂ ਜਿਹੜੀਆਂ ਪ੍ਰਚਲਿਤ ਸਨ ਉਸ ਵੇਲੇ ਦੀਆਂ, ਉਹਨਾਂ ਦੇ ਵਾਸਤੇ ਉਸਤਾਦ ਜਿਹੜੇ ਸੀ ਉਹ ਨਿਯਤ ਕੀਤੇ ਗਏ। ਸੱਚੇ ਪਾਤਸ਼ਾਹ ਮਹਾਰਾਜ ਨੂੰ ਘੋੜ ਸਵਾਰੀ, ਸ਼ਸਤਰ ਵਿਦਿਆ ਸਿਖਾਉਣ ਵਾਸਤੇ ਭਾਈ ਬੱਜਰ ਸਿੰਘ ਸ਼ਾਹਦਰਾ, ਉਹਨਾਂ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ। ਭਾਈ ਬੱਜਰ ਸਿੰਘ ਜਿਹੜੇ ਸਨ, ਬੱਜਰ ਸਿੰਘ ਮੁਲਤਾਨੀ ਕਰਕੇ ਵੀ ਇਤਿਹਾਸ ਨੇ ਜ਼ਿਕਰ ਕੀਤਾ। ਇਹ ਬਾਬਾ ਬੱਜਰ ਸਿੰਘ ਮੁਲਤਾਨੀ ਉਹੀ ਸਨ ਜਿਨ੍ਹਾਂ ਨੇ ਲੋਹਗੜ੍ਹ ਕਿਲੇ ਦੇ ਅੰਦਰ ਹਥਿਆਰਾਂ ਦਾ ਕਾਰਖਾਨਾ ਵੀ ਸਤਿਗੁਰੂ ਮਹਾਰਾਜ ਜੀ ਦੇ ਹੁਕਮ ਦੇ ਨਾਲ ਲਾਇਆ। ਸਤਿਗੁਰੂ ਮਹਾਰਾਜ ਜੀ ਦੇ ਸਾਹਿਬਜ਼ਾਦਿਆਂ ਨੂੰ ਵੀ ਸ਼ਸਤਰ ਵਿਦਿਆ ਇਹਨਾਂ ਨੇ ਸਿਖਾਈ। ਇਹਨਾਂ ਦੀ ਅੱਗੇ ਧੀ ਹੈ ਜਿਹੜੀ ਸਿੱਖ ਇਤਿਹਾਸ ਦੀ ਪਹਿਲੀ ਸ਼ਹੀਦ ਬੀਬੀ ਹੈ, ਜਿੰਦਾ ਨਾਂ ਹੈ ਬੀਬੀ ਭਿੱਖਾਂ ਕੌਰ। ਬੀਬੀ ਭਿੱਖਾਂ ਕੌਰ ਦਾ ਘਰ ਵਾਲਾ, ਉਹਨਾਂ ਦਾ ਨਾਮ ਹੈ ਭਾਈ ਆਲਮ ਸਿੰਘ ਨੱਚਣਾ, ਤੇ ਉਹਨਾਂ ਦੇ 2 ਸਪੁੱਤਰ ਜਿਹੜੇ ਨੇ ਉਹ ਚਮਕੌਰ ਦੀ ਗੜੀ ਵਿੱਚ ਸ਼ਹੀਦ ਹੁੰਦੇ ਨੇ। ਬੀਬੀ ਭਿੱਖਾਂ ਕੌਰ ਜਿਹੜੀ ਹੈ ਉਹ ਸਰਸਾਂ ਤੋਂ ਪਾਰ ਕਰਨ ਤੋਂ ਪਹਿਲਾਂ ਸ਼ਹੀਦ ਹੋਈ। ਚੱਠੀਆਂ ਪਿੰਡ ਦੀ ਜੂਹ ਦੇ ਅੰਦਰ ਉਹਨੇ ਜੰਗ ਕੀਤੀ। ਨਾਲ ਬਾਬਾ ਜੀਵਨ ਸਿੰਘ ਜੀ ਸਨ, ਨਾਲ ਬੀਬੀ ਭਿੱਖਾਂ ਕੌਰ। ਇਹ ਬਾਬਾ ਬੱਜਰ ਸਿੰਘ ਮੁਲਤਾਨੀ ਦੀ ਸਪੁੱਤਰੀ ਹੈ ਜਿਹੜੀ ਸਨ 1704 ਦੇ ਵਿੱਚ ਸ਼ਹੀਦੀ ਦਾ ਜਾਮ ਪੀਤਾ ਤੇ ਸਿੱਖ ਕੌਮ ਦੀ ਪਹਿਲੀ ਸ਼ਹੀਦ ਬੀਬੀ ਬਣਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਉਹਨਾਂ ਦੇ ਸ਼ਸਤਰ ਵਿਦਿਆ ਵਾਸਤੇ ਫਿਰ ਬਾਬਾ ਬੱਜਰ ਸਿੰਘ ਮੁਲਤਾਨੀ ਸ਼ਾਹਦਰਾ ਜਿਹੜੇ ਸਨ ਰਹਿਣ ਵਾਲੇ, ਉਹਨਾਂ ਨੂੰ ਸੌਂਪੀ ਗਈ ਕਿ ਤੁਸੀਂ ਜਿਹੜਾ ਹੈ ਇਹਨਾਂ ਦੀ ਵਿਦਿਆ ਦਾ ਪ੍ਰਬੰਧ ਕਰਨਾ, ਇਹਨਾਂ ਨੂੰ ਸ਼ਸਤਰ ਵਿਦਿਆ, ਘੋੜ ਸਵਾਰੀ ਇਹਨਾਂ ਨੂੰ ਸਿਖਾਉਣਾ ਕਰਨੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸੰਸਕ੍ਰਿਤ ਪੜ੍ਹਾਉਣ ਵਾਸਤੇ ਜਿਹੜਾ ਪੰਡਤ ਸੀ ਕਿਰਪਾ ਰਾਮ, ਜਿੰਦੀ ਅਗਵਾਈ ਦੇ ਵਿੱਚ ਅੱਗੇ ਜਾ ਕੇ ਜਿਹੜੇ ਸਨ ਕਸ਼ਮੀਰੀ ਪੰਡਤ ਸਤਿਗੁਰੂ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਆਏ, ਪੁਕਾਰ ਲੈ ਕਰਕੇ ਆਏ। ਸੱਚੇ ਪਾਤਸ਼ਾਹ ਮਹਾਰਾਜ ਜੀ ਨੂੰ ਸੰਸਕ੍ਰਿਤ ਪੜ੍ਹਾਉਣ ਦੀ ਜ਼ਿੰਮੇਵਾਰੀ ਪੰਡਤ ਕਿਰਪਾ ਰਾਮ ਦੱਤ ਨੂੰ ਦੇਣਾ ਕੀਤੀ। ਮਦਰਸੇ ਦਾ ਜਿਹੜਾ ਮੁਨਸ਼ੀ ਸੀ, ਜਿੱਥੇ ਇਸਲਾਮਿਕ ਗ੍ਰੰਥ ਜਾਂ ਇਸਲਾਮਿਕ ਵਿਦਿਆ ਫਾਰਸੀ ਅਰਬੀ ਪੜ੍ਹਾਈ ਜਾਣੀ, ਉਸ ਦਾ ਮੁਨਸ਼ੀ ਸੀ ਪੀਰ ਮੁਹੰਮਦ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਨੂੰ ਜਿਹੜੀਆਂ ਅਰਬੀ, ਫਾਰਸੀ ਅਤੇ ਆਦਿਕ ਭਾਸ਼ਾ ਸੀ ਉਹ ਪੜ੍ਹਾਉਣ ਦੀ ਜ਼ਿੰਮੇਵਾਰੀ ਮਦਰਸੇ ਦੀ ਪੀਰ ਮੁਹੰਮਦ ਦੀ ਸੀ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਵਾਸਤੇ ਪਾਠਸ਼ਾਲਾ ਦਾ ਜਿਹੜਾ ਪ੍ਰਬੰਧ ਸੀ ਉਹ ਸਾਹਿਬ ਚੰਦ ਜੀ ਨੇ ਕੀਤਾ।
ਸਾਹਿਬ ਚੰਦ ਨੂੰ ਇਹ ਜ਼ਿੰਮੇਵਾਰੀ ਸੌਂਪੀ ਗਈ। ਗੁਰਮੁਖੀ ਅੱਖਰ ਜਿਹੜੇ ਸਨ, ਗੁਰਮੁਖੀ ਵਿੱਦਿਆ ਸੀ, ਉਹ ਭਾਈ ਹਰਜਸ ਰਾਏ ਨੂੰ ਸੌਂਪੀ ਗਈ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੇ ਫਿਰ ਮਾਲਵੇ ਜਾਣ ਤੋਂ ਪਹਿਲਾਂ ਕਿ ਇੱਕ ਤਾਂ ਇਹ ਸੀ ਕਿ ਥੋੜ੍ਹਾ ਮਾਹੌਲ ਜਿਹੜਾ ਸੀ ਉਹਦੇ ਵਾਸਤੇ ਵੀ ਤਿਆਰੀ ਕੀਤੀ ਜਾਏ, ਅਤੇ ਮਹਾਰਾਜ ਜੀ ਨੇ ਮਾਲਵੇ ਜਾਣ ਤੋਂ ਪਹਿਲਾਂ ਸੱਚੇ ਪਾਤਸ਼ਾਹ ਮਹਾਰਾਜ ਪਿੰਡ ਮੱਲਾ ਜਾਂਦੇ ਨੇ। ਮੱਲਾ ਵਿਖੇ ਸਤਿਗੁਰ ਮਹਾਰਾਜ ਜੀ ਦੀ ਭੈਣ ਬੀਬੀ ਵੀਰੋ ਜੀ ਦਾ ਘਰ ਹੈ, ਅਤੇ ਬੀਬੀ ਵੀਰੋ ਜੀ ਆਪਣੀ ਭੈਣ ਨੂੰ ਵੀ ਉੱਥੇ ਮਿਲੇ, ਅਤੇ ਉਹਨਾਂ ਦੇ ਸਪੁੱਤਰ ਜਿਹੜੇ ਸਨ, ਜਿਨ੍ਹਾਂ ਦੇ ਵਿੱਚ ਭਾਈ ਸੰਗੋ ਸ਼ਾਹ ਹੈ, ਭਾਈ ਜੀਤ ਮੱਲ ਹੈ, ਭਾਈ ਗੰਗਾ ਰਾਮ ਮਾਹਰੀ ਚੰਦ ਜੀ, ਭਾਈ ਗੁਲਾਬ ਚੰਦ ਜੀ, ਇਹਨਾਂ ਨੂੰ ਵੀ ਕਹਿ ਦਿੱਤਾ ਕਿ ਆਪ ਜੀ ਨੇ ਆਨੰਦਪੁਰ ਸਾਹਿਬ ਆ ਜਾਣਾ, ਅਤੇ ਸਾਡੀ ਗੈਰ ਹਾਜ਼ਰੀ ਦੇ ਵਿੱਚ, ਕਿਉਂਕਿ ਅਸੀਂ ਮਾਲਵੇ ਦੌਰੇ 'ਤੇ ਜਾਣਾ ਹੈ, ਅਤੇ ਆਪ ਨੇ ਆਨੰਦਪੁਰ ਸਾਹਿਬ ਵਿਖੇ ਰਹਿ ਕਰਕੇ ਜਿਹੜੀ ਹੈ ਸਾਹਿਬਜ਼ਾਦੇ ਦੀ ਹਿਫਾਜ਼ਤ ਕਰਨੀ, ਅਤੇ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੂੰ ਸ਼ਸਤਰ ਅਤੇ ਯੁੱਧ ਵਿੱਦਿਆ 'ਚ ਨਿਪੁੰਨ ਕਰਨਾ। ਇਹ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਭੈਣ ਦੇ ਜਿਹੜੇ ਪੁੱਤਰ ਨੇ, ਜਿਨ੍ਹਾਂ ਦੇ ਵਿੱਚ ਪੀਰ ਮੁਹੰਮਦ, ਜਿਨ੍ਹਾਂ ਦੇ ਵਿੱਚ ਸੰਗੋ ਸ਼ਾਹ, ਜੀਤ ਮੱਲ, ਗੰਗਾ ਰਾਮ, ਗੁਲਾਬ ਚੰਦ ਅਤੇ ਮਾਹਰੀ ਚੰਦ ਹਨ, ਇਹ ਸਾਰੇ ਬਹੁਤ ਵੱਡੇ ਜਰਨੈਲ ਸਨ, ਅਤੇ ਸਤਿਗੁਰੂ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਫੌਜ ਦੇ ਵਿੱਚ ਉਹਨਾਂ ਦੇ ਨਾਲ ਜੰਗ ਅਤੇ ਯੁੱਧਾਂ ਦੇ ਵਿੱਚ ਇਹ ਆਪਣੇ ਕਾਰਨਾਮੇ ਦਿਖਾ ਚੁੱਕੇ ਸੀ। ਸਤਿਗੁਰੂ ਮਹਾਰਾਜ ਪਾਤਸ਼ਾਹ ਜੀ ਇਸੇ ਸਮੇਂ ਦੇ ਦੌਰਾਨ ਬਾਬਾ ਬਕਾਲਾ ਦੀ ਧਰਤੀ 'ਤੇ ਵੀ ਆਏ, ਅਤੇ ਮਾਤਾ ਨਾਨਕੀ ਜੀ ਦੇ ਆ ਕਰਕੇ ਇੱਥੇ ਦਰਸ਼ਨ ਵੀ ਕੀਤੇ। ਇਸ ਤੋਂ ਬਾਅਦ ਵਿੱਚ ਸਤਿਗੁਰੂ ਮਹਾਰਾਜ ਜੀ ਆਨੰਦਪੁਰ ਸਾਹਿਬ ਵਾਪਸ ਆਏ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਜੀ ਦੀ ਵਿੱਦਿਆ ਦਾ ਪ੍ਰਬੰਧ ਹੋ ਚੁੱਕਾ। ਭਾਈ ਸੰਗੋ ਸ਼ਾਹ, ਭਾਈ ਜੀਤ ਮੱਲ, ਭਾਈ ਗੰਗਾ ਰਾਮ, ਭਾਈ ਮਾਹਰੀ ਚੰਦ ਅਤੇ ਭਾਈ ਗੁਲਾਬ ਚੰਦ ਜਿਹੜੇ ਸਨ, ਉਹਨਾਂ ਨੂੰ ਜ਼ਿੰਮੇਵਾਰੀ ਸੌਂਪ ਦਿੱਤੀ ਗਈ। ਸੱਚੇ ਪਾਤਸ਼ਾਹ ਮਹਾਰਾਜ ਧੰਨ ਗੁਰੂ ਤੇਗ ਬਹਾਦਰ ਜੀ ਫਿਰ ਅਕਤੂਬਰ ਦੇ ਮਹੀਨੇ ਜਿਹੜੇ ਹਨ, ਮਹਾਰਾਜ ਮਾਲਵੇ ਦੇ ਦੌਰੇ 'ਤੇ ਜਾਂਦੇ ਨੇ। ਅਕਤੂਬਰ 1673 ਨੂੰ ਸਤਿਗੁਰੂ ਮਹਾਰਾਜ ਜੀ ਨੇ ਮਾਲਵੇ ਦੇ ਦੌਰੇ 'ਤੇ ਜਾਣਾ ਕੀਤਾ, ਪੰਜਾਬ ਦਾ ਦੌਰਾ ਕੀਤਾ। ਇਹ ਸਤਿਗੁਰੂ ਮਹਾਰਾਜ ਜੀ ਦਾ ਤੀਸਰਾ ਦੌਰਾ ਸੀ। ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਇਸ ਤੋਂ ਪਹਿਲਾਂ ਜਿਹੜਾ ਹੈ ਉਹ 2 ਦੌਰੇ ਕੀਤੇ ਨੇ। ਇੱਕ ਕੀਤਾ ਸਤਿਗੁਰੂ ਮਹਾਰਾਜ ਜੀ ਨੇ 1663 ਦੇ ਵਿੱਚ, ਦੂਸਰਾ ਸਤਿਗੁਰੂ ਮਹਾਰਾਜ ਜੀ ਨੇ 1665 ਦੇ ਵਿੱਚ, ਅਤੇ ਇਹ ਤੀਸਰਾ ਦੌਰਾ ਸਤਿਗੁਰੂ ਮਹਾਰਾਜ ਜੀ ਕਰਦੇ ਨੇ 1673 ਦੇ ਵਿੱਚ। ਸੱਚੇ ਪਾਤਸ਼ਾਹ ਮਹਾਰਾਜ ਜੀ ਮਾਲਵੇ ਦੇ ਅੰਦਰ ਗਏ। ਮਾਲਵੇ ਦੇ ਬਹੁਤ ਸਾਰੇ ਐਸੇ ਸਥਾਨ ਸਨ ਜਿਨ੍ਹਾਂ 'ਤੇ ਸਤਿਗੁਰੂ ਮਹਾਰਾਜ ਪਹਿਲਾਂ ਵੀ ਜਾ ਚੁੱਕੇ ਨੇ। ਸੱਚੇ ਪਾਤਸ਼ਾਹ ਮਹਾਰਾਜ ਨੇ ਉੱਥੇ ਜਾ ਕਰਕੇ ਸੰਗਤ ਨੂੰ ਉਪਦੇਸ਼ ਦੇਣਾ ਕੀਤਾ। ਉੱਥੋਂ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਬਾਂਗੜ ਦੇਸ਼ ਜਾਂਦੇ ਨੇ। ਬਾਂਗੜ ਦੇਸ਼ ਦਾ ਵੀ ਸਤਿਗੁਰੂ ਮਹਾਰਾਜ ਜੀ ਨੇ ਦੌਰਾ ਕਰਦੇ ਆ। ਉਸ ਤੋਂ ਸਤਿਗੁਰੂ ਮਹਾਰਾਜ ਅਜੇ ਮਾਲਵੇ ਸਨ, ਅਤੇ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹ ਵੀ ਖਬਰ ਉੱਥੇ ਪ੍ਰਾਪਤ ਹੋਈ ਕਿ ਔਰੰਗਜ਼ੇਬ ਜਿਹੜਾ ਹੈ, ਉਹ ਕੁਝ ਉਹਦੇ ਕਬੀਲੇ ਸਨ, ਕੁਝ ਇਲਾਕੇ ਸਨ ਜਿਨ੍ਹਾਂ ਨੂੰ ਖਟਕਾਂ ਅਤੇ ਅਫਰੀਦੀਆਂ ਦਾ ਇਲਾਕਾ ਕਿਹਾ ਜਾਂਦਾ ਸੀ। ਇਹ ਖਟਕਾਂ ਅਤੇ ਅਫਰੀਦੀਆਂ ਦੇ ਸਰਹੱਦੀ ਸੂਬੇ ਜਿਹੜੇ ਸਨ, ਉਹਨਾਂ ਦੇ ਵਿੱਚ ਬਗਾਵਤ ਫੈਲ ਗਈ, ਅਤੇ ਉਸ ਬਗਾਵਤ ਨੂੰ ਦਬਾਉਣ ਦੇ ਵਾਸਤੇ ਔਰੰਗਜ਼ੇਬ ਜਿਹੜਾ ਹੈ ਉਹ ਆਪ ਪੰਜਾਬ ਦੇ ਵਿੱਚੋਂ ਲੰਘ ਕਰਕੇ ਸਰਹੱਦੀ ਸੂਬਿਆਂ ਦੇ ਵਿੱਚ ਗਿਆ। ਔਰੰਗਜ਼ੇਬ ਨੇ ਆਪਣਾ ਡੇਰਾ ਜਿਹੜਾ ਸੀ ਉਹ ਹਸਨ ਅਬਦਾਲ, ਜਿੱਥੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਅਸਥਾਨ ਗੁਰਦੁਆਰਾ ਸ਼੍ਰੀ ਪੰਜਾ ਸਾਹਿਬ ਹੈ, ਸੱਚੇ ਪਾਤਸ਼ਾਹ ਮਹਾਰਾਜ ਜੀ ਦਾ ਅਸਥਾਨ, ਜਿੱਥੇ ਵਲੀ ਕੰਧਾਰੀ ਪੱਥਰ ਸੁੱਟਦਾ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉੱਪਰ, ਅਤੇ ਸਤਿਗੁਰੂ ਮਹਾਰਾਜ ਜੀ ਆਪਣਾ ਪੰਜਾ ਲਾ ਕਰਕੇ ਉਸ ਪੱਥਰ ਨੂੰ ਰੋਕ ਦਿੰਦੇ ਆ। ਭਾਈ ਮਰਦਾਨਾ ਜੀ ਜਲ ਛਕਦੇ, ਅੱਜ ਵੀ ਉਹ ਪੰਜਾ ਉਵੇਂ ਹੀ ਲੱਗਿਆ, ਅਤੇ ਭਾਈ ਮਰਦਾਨਾ ਜਿੱਥੋਂ ਜਲ ਛਕਦੇ ਸੀ ਉੱਥੋਂ ਸਾਰਾ ਇਲਾਕਾ ਜਿਹੜਾ ਹੈ ਉਹ ਪਾਣੀ ਭਰ ਕੇ, ਜਲ ਨੂੰ ਭਰ ਕੇ ਲੈ ਕੇ ਜਾਂਦਾ ਹੈ, ਅਤੇ ਉਹ ਸਾਰੇ ਇਲਾਕੇ ਦੀ ਪਾਣੀ ਦੀ ਪੂਰਤੀ ਜਿਹੜੀ ਹੈ ਉਸੇ ਹੀ ਅਸਥਾਨ ਤੋਂ ਸਤਿਗੁਰੂ ਮਹਾਰਾਜ ਜਿੱਥੇ ਪੰਜਾ ਲਾਇਆ ਉੱਥੋਂ ਹੁੰਦੀ ਹੈ। ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਇਹ ਜਿਹੜਾ ਅਸਥਾਨ ਹੈ, ਇਹ ਪੰਜਾ ਸਾਹਿਬ, ਇਹ ਹਸਨ ਅਬਦਾਲ ਦੀ ਧਰਤੀ ਦੇ ਉੱਤੇ ਹੈ। ਜਦੋਂ ਔਰੰਗਜ਼ੇਬ ਜਿਹੜਾ ਹੈ ਬਗਾਵਤ ਨੂੰ ਦਬਾਉਣ ਦੇ ਵਾਸਤੇ, ਕਿਉਂਕਿ ਇੱਕ ਇਹਦੇ ਨਾਮ ਦੇ ਉੱਪਰ ਲਿਖਿਆ ਗਿਆ ਕਿ ਮੁਆਸਰੇ ਆਲਮਗੀਰੀ, ਜਿਹਦੇ ਵਿੱਚ ਔਰੰਗਜ਼ੇਬ ਦਾ ਜੀਵਨ ਜਾਂ ਉਹਨੇ ਕੀ ਕੀ ਕੀਤਾ ਆਪਣੇ ਜੀਵਨ ਦੇ ਵਿੱਚ, ਉਹ ਸਾਰਾ ਹਾਲ ਜਿਹੜਾ ਲਿਖਿਆ ਗਿਆ। ਉਹਦੇ ਅਨੁਸਾਰ 7 ਅਪ੍ਰੈਲ ਤੇ ਸਨ 1674 ਨੂੰ ਦਿੱਲੀ ਤੋਂ ਔਰੰਗਜ਼ੇਬ ਜਿਹੜਾ ਸੀ ਉਹ ਪੰਜਾਬ ਦੀ ਧਰਤੀ 'ਤੇ ਆਇਆ,
ਤੇ ਇਹਨੇ ਜਿਹੜੀ ਬਗਾਵਤ ਨੂੰ ਦਬਾਉਣ ਦੇ ਵਾਸਤੇ ਜਿਹੜਾ ਸੀ ਇਹਨੇ ਸਾਰਾ ਕੁਝ ਇਹ ਹੀਲੇ ਵਸੀਲੇ ਕੀਤੇ। ਖਟਕਾਂ ਦਾ ਜਿਹੜਾ ਜਰਨੈਲ ਸੀ ਉਹਦਾ ਨਾਮ ਸੀ ਖੁਸ਼ਹਾਲ ਖਾਨ। ਖੁਸ਼ਹਾਲ ਖਾਨ ਨੂੰ ਜਦੋਂ ਇਹਨੇ ਕੈਦ ਦੇ ਵਿੱਚ ਕਰ ਦਿੱਤਾ ਤੇ ਉਹਨੇ ਇੱਕ ਪੱਤਰ ਲਿਖਿਆ ਔਰੰਗਜ਼ੇਬ ਨੂੰ। ਖੁਸ਼ਹਾਲ ਖਾਨ ਲਿਖਦਾ ਏ, ਕਹਿਣ ਲੱਗਾ ਕਿ ਮੈਂ ਜਾਣਦਾ ਹਾਂ ਕਿ ਤੇਰੇ ਇਨਸਾਫ ਨੂੰ, ਕਿ ਤੂੰ ਕਿੰਨਾ ਕਿ ਇਨਸਾਫ ਪਸੰਦ ਏ, ਤੂੰ ਨਮਾਜ਼ਾਂ ਕਰਦਾ ਏ, ਤੂੰ ਰੋਜ਼ੇ ਰੱਖਦਾ ਹੈ, ਪਰ ਅਸਲ ਦੇ ਵਿੱਚ ਇਹ ਨਮਾਜ਼ਾਂ ਰੋਜ਼ੇ ਨਹੀਂ, ਇਹ ਤੂੰ ਕੇਵਲ ਢੋਂਗ ਕਰਦਾ ਹੈ, ਕੇਵਲ ਪਖੰਡ ਕਰਦਾ ਪਿਆ ਹੈ, ਤੇਰੀ ਨੀਅਤ ਸਾਫ਼ ਨਹੀਂ ਹੈ, ਤੂੰ ਫਰੇਬ ਦਾ ਭਰਿਆ ਹੈ, ਤੇਰੇ ਮਨ ਦੇ ਵਿੱਚ ਕੇਵਲ ਫਰੇਬ ਹੀ ਫਰੇਬ ਹੈ। ਕਹਿਣ ਲੱਗਾ ਕਿ ਲਾਠੀ ਜਿਹੜੀ ਹੈ ਨਾ, ਖੁਦਾ ਦੀ ਲਾਠੀ, ਇਹ ਬੇਆਵਾਜ਼ ਹੈ, ਉਹਦੀ ਆਵਾਜ਼ ਨਹੀਂ ਆਉਂਦੀ ਪਰ ਉਹ ਲਿਹਾਜ਼ ਵੀ ਕਿਸੇ ਦਾ ਨਹੀਂ ਕਰਦੀ। ਔਰੰਗਜ਼ੇਬ, ਇਹ ਖੁਦਾ ਦੀ ਲਾਠੀ ਬੇਆਵਾਜ਼ ਨੇ, ਤੇਰਾ ਵੀ ਲਿਹਾਜ਼ ਨਹੀਂ ਕਰਨਾ। ਤੇਰਾ ਮੁੱਖ ਦੇ ਉੱਤੇ ਹੋਰ ਹੈ, ਤੂੰ ਮਨ ਦੇ ਵਿੱਚ ਹੋਰ ਹੈ। ਅੱਜ ਸਾਡੇ ਹੱਥ ਤੇਰੇ ਤੱਕ ਨਹੀਂ ਪੁੱਜ ਸਕਦੇ, ਪਰ ਖੁਦਾ ਦੀ ਲਾਠੀ ਬੇਆਵਾਜ਼ ਜਿਹੜੀ ਹੈ ਉਹ ਸਾਰਿਆਂ ਦੇ ਉੱਪਰ ਮੰਡਰਾਉਂਦੀ ਏ, ਉਹ ਸਾਰਿਆਂ ਦੇ ਉੱਪਰ ਵੱਜਦੀ ਏ, ਉਹ ਤੇਰੇ ਉੱਪਰ ਵੀ ਆਏਗੀ। ਸਤਿਗੁਰ ਸੱਚੇ ਪਾਤਸ਼ਾਹ ਮਹਾਰਾਜ ਨੂੰ ਵੀ ਇਸ ਗੱਲ ਦਾ ਇਲਮ ਸੀ ਕਿ ਔਰੰਗ ਜਿਹੜਾ ਹੈ, ਔਰੰਗਜ਼ੇਬ, ਉਹ ਤਵਸਬੀ ਨੀਤੀ ਅਪਣਾ ਚੁੱਕਾ ਹੈ। ਤੇ ਇਸ ਕਰਕੇ ਸਤਿਗੁਰ ਮਹਾਰਾਜ ਜੀ ਫਿਰ ਮਾਲਵੇ ਦੇਸ਼ ਤੋਂ ਸਤਿਗੁਰ ਮਹਾਰਾਜ ਅਨੰਦਪੁਰ ਸਾਹਿਬ ਵਾਪਸ ਆਉਣ ਦੀ ਤਿਆਰੀ ਕਰਦੇ ਆ। ਸੇਵਾ ਰਾਮ ਪਰਚੀਆਂ ਉਹ ਲਿਖਦਾ ਹੈ ਕਰਤਾ, ਸੇਵਾ ਰਾਮ ਜਿਹੜਾ ਹੈ ਪਰਚੀਆਂ ਦਾ ਕਰਤਾ। ਉਹ ਕਹਿੰਦਾ ਹੈ ਕਿ ਸਤਿਗੁਰ ਮਹਾਰਾਜ ਕਿਆ ਕਰਦੇ ਸੀ ਕਿ ਮੇਰਾ ਪ੍ਰਯੋਜਨ ਜੀਵਨ ਦਾ ਜਿਹੜਾ ਹੈ ਉਹ ਸੀਸ ਸਾਥ ਹੈ, ਉਹ ਸਰੀਰ ਦੇ ਨਾਲ ਕੋਈ ਨਹੀਂ। ਗੁਰੂ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਕਹਿੰਦੇ ਸੀ ਮਨ ਹਮਾਰਾ ਕਿਸੀ ਅਵਰ ਸੰਕਲਪ ਮੈਂ ਖੇਲਤਾ ਹੈ। ਸੱਚੇ ਪਾਤਸ਼ਾਹ ਮਹਾਰਾਜ ਦਾ ਉਹ ਸੰਕਲਪ ਜਿਹੜਾ ਸੀ ਨਾ, ਉਹ ਸਰੀਰ ਦੇ ਨਾਲ ਨਹੀਂ, ਉਹ ਸੀਸ ਦੇ ਨਾਲ ਹੈ। ਤੇ ਮਹਾਰਾਜ ਜਿਹੜੇ ਸੰਕਲਪ ਦੀ ਗੱਲ ਕਰਦੇ ਨੇ ਉਸੇ ਹੀ ਸੰਕਲਪ ਦੇ ਵਿੱਚੋਂ ਸ਼ਹਾਦਤ ਨਿਕਲ ਕੇ ਆਈ। ਇੱਕ ਵਾਰ ਮਹਾਰਾਜ ਜੀ ਨੇ ਇਹ ਬਚਨ ਵੀ ਕਹਿ ਦਿੱਤੇ ਸਨ ਕਿ ਬਿਨ ਸਿਰ ਦੀਏ ਜਗਤ ਦੁੱਖ ਪਾਈ, ਕਿ ਬਿਨਾਂ ਸੀਸ ਦਿੱਤਿਆਂ ਇਸ ਜਗਤ ਦਾ ਦੁੱਖ ਜਿਹੜਾ ਹੈ ਉਹ ਕੱਟਿਆ ਨਹੀਂ ਜਾ ਸਕਦਾ। ਅੱਗੇ ਜੋ ਵਿਚਾਰ ਹੈ ਇਤਿਹਾਸ ਦੀ ਆਪਾਂ ਉਹਨੂੰ ਲੜੀਵਾਰ ਉਹਨੂੰ ਸਰਵਣ ਕਰਾਂਗੇ। ਆਓ ਅੰਤਮ ਦੇ ਵਿੱਚ ਅਰਦਾਸ ਕਰੀਏ, ਸੱਚੇ ਪਾਤਸ਼ਾਹ ਆਪ ਕਿਰਪਾ ਕਰੋ, ਜਗਤ ਜਲੰਦਾ ਰੱਖ ਲੈ, ਆਪਣੀ ਕਿਰਪਾ ਧਾਰ, ਜਿਤ ਦੁਆਰੇ ਉਬਰੇ, ਤਿੱਤੇ ਲਿਹੋ ਉਭਾਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ ਆਵੈ ਤਾਏ। ਤੇਗ ਬਹਾਦਰ ਸਿਮਰਿਐ, ਕਰ ਨਾਉ ਨਿਤ